ਵਾਹਿਗੁਰੂ ਜੀ। ਦੁਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਅਬ ਬਿਕੈ। ਰਾਜੇ ਇੰਦਰ ਸ਼ਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੂੰ ਕਿ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇਹ ਰਸ ਅਨ ਰਸ ਬਿਸਰ ਜਾਹੀ। ਰਹਾਉ ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਵਲ ਨਿਵਲ ਵਿਵੇਕ ਬੁੱਧ, ਪਰਮਾਰਥ ਪਰਵੇਸ਼ ਨਾਹੀ। ਕਹੀਅਤ ਆਨ ਅਚਰੀਅਤ ਅਨ ਕਛ, ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਚਵਰ ਸ਼ਤੁਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੀ ਰਹਿਬਰ, ਬਾਲੀਏ ਕੁਲ ਆਲਮ ਦੋ ਜਹਾਨਾਂ ਦੇ ਬਾਲੀ, ਅੰਮ੍ਰਿਤ ਕੇ ਮਜਸਵੇ ਸੱਚ ਦੇ ਉਪਦੇਸ਼ਕ, ਸਰਬ ਸਾਂਝੀ ਵਾਲਤਾ ਦਾ ਸਿਧਾਂਤ ਦੇਣ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਦੀ ਹਜ਼ੂਰੀ ਅੰਦਰ ਸੁਭਾਈਮਾਨ ਇਕੱਤਰ ਹੋਏ ਸਤਸੰਗੀ ਜਨੋ, ਵਡਭਾਗੇ ਹੋ ਗੁਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਦੀਆਂ ਨੇਮ ਅਨੁਸਾਰ ਹਾਜ਼ਰੀਆਂ ਭਰ ਕਰਕੇ ਸਮੁੱਚੇ ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪੇ ਕਰ ਰਹੇ ਹੋ। ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕਰਕੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਜਿੱਥੇ ਗੁਰੂ ਕੀ ਕੀਰਤੀ ਉਸਤਤ ਵਡਿਆਈ ਆਪ ਸਭਨਾਂ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨਾਂ ਦੇ ਮਹਾਵਾਕ ਅਨੁਸਾਰ ਸਾਹਿਬ ਦੀ ਉਸਤਤ ਵਡਿਆਈ ਵਿੱਚ ਕੀਰਤਨ ਦੇ ਰਾਹੀਂ ਜੁੜੀ ਸੀ। ਆਓ ਸਮਾਂ ਹੋਇਆ ਹੈ ਪਾਵਨ ਸਥਾਨ ਦੇ ਉੱਪਰ ਚੱਲ ਰਹੀ ਲੜੀਵਾਰ ਨੇਮ ਅਨੁਸਾਰ ਭਗਤ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਵਿੱਚੋਂ ਰੱਬੀ ਵਚਨ, ਉਹਨਾਂ ਦੇ ਜੋ ਸ਼ਬਦ ਹਨ ਵਿਚਾਰਦੇ ਆ ਰਹੇ ਹਾਂ, ਉਹਨਾਂ ਦੇ ਜੋ ਸ਼ਬਦ ਰਾਗ ਸੂਰਠ ਦੇ ਵਿੱਚ ਦਰਜ ਹਨ। ਆਓ ਸੂਰਠ ਰਾਗ ਦੇ ਵਿੱਚ ਤੀਜਾ ਸ਼ਬਦ ਭਗਤ ਜੀ ਦਾ, ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਵੇਕੋ। ਆਓ ਇਹਨਾਂ ਰੱਬੀ ਵਚਨਾਂ ਨੂੰ ਆਪ ਜੀ ਹੁਣੇ ਸਰਵਨ ਕਰ ਰਹੇ ਸੀ। ਮੁਬਾਰਕ ਗੁਰਬਚਨਾਂ ਦੀ ਵਿਚਾਰ ਨਾਲ ਜੁੜੀਏ। ਪਾਵਨ ਗੁਰਬਚਨ ਵਿਚਾਰਨ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ। ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੀ ਨੇ ਅੱਜ ਦੇ ਜੋ ਰੱਬੀ ਸ਼ਬਦ ਦੇ ਵਿੱਚ ਰਹਾਉ ਵਾਲੇ ਪਦੇ ਵਿੱਚ ਜ਼ਿਕਰ ਕੀਤਾ, ਭਗਤ ਜੀ ਕਹਿ ਰਹੇ ਨੇ, ਜ਼ਿਕਰ ਕੀਤਾ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇਹ ਰਸ ਅਨ ਰਸ ਵਿਸਰ ਜਾਹੀ। ਮਨੁੱਖਾ ਜੀਵਨ ਨੂੰ ਜਦੋਂ ਦੇਖੀਏ, ਗਹੁ ਨਾਲ ਵਿਚਾਰੀਏ ਨਾ, ਤੇ ਇਹਦਾ ਜੀਵਨ ਜਿਹੜਾ ਆਪਾਂ ਬੇਅੰਤ ਚਸਕਿਆਂ ਦੇ ਵਿੱਚ, ਬੇਅੰਤ ਰਸਾਂ ਦੇ ਵਿੱਚ ਜੀ ਵਿਅਕਤ ਹੈ, ਵਿਅਸਤ ਹੈ। ਬੇਅੰਤ ਰਸਾਂ ਦੇ ਵਿੱਚ ਇਹ ਵਿਅਸਤ ਹੈ ਇਨਸਾਨ। ਇਹਨੂੰ ਸੋਚਣ ਦਾ ਵੀ ਰਸ ਹੈ, ਇਹਨੂੰ ਸੁਣਨ ਦਾ ਵੀ ਰਸ ਹੈ, ਇਹਨੂੰ ਦੇਖਣ ਦਾ ਵੀ ਇੱਕ ਰਸ ਹੈ। ਇਹਨੇ ਜਿੱਦਾਂ ਦਾ ਆਪਣੀ ਸੁਰਤ ਨੂੰ ਕਰ ਲਿਆ ਨਾ, ਇਹ ਉਸੇ ਤਰ੍ਹਾਂ ਦਾ ਫਿਰ ਸੁਣਨਾ ਪਸੰਦ ਕਰਦਾ ਵਾ।
ਜਿੱਦਾਂ ਦੀ ਇਹਦੀ ਸੁਰਤ ਹੈ, ਅਕਸਰ ਆਪਾਂ ਬਚਨ ਕਹਿੰਦੇ ਹੁੰਦੇ ਆ ਵੀ ਜਿੱਦਾਂ ਦੀ ਬਿਰਤੀ ਆ ਉੱਦਾਂ ਦੀ ਹੀ ਦ੍ਰਿਸ਼ਟੀ ਆ। ਪਰ ਜੋ ਮਨ ਕਰਕੇ ਬੰਦੇ ਨੇ ਮਨ ਵਿੱਚ ਜੋ ਨਕਸ਼ਾ ਤਿਆਰ ਕਰ ਲਿਆ ਨਾ, ਬੰਦਾ ਉਹੀ ਉਹ ਸੋਚਦਾ ਵੀ ਮੈਂ ਇਸ ਚੀਜ਼ ਦੀ ਹੀ ਪ੍ਰਾਪਤੀ ਕਰਾਂ। ਇਹ ਇੱਕ ਰਸ ਹੈ, ਸੋਚਣ ਦਾ ਵੀ ਰਸ, ਸੁਣਨ ਦਾ ਵੀ ਰਸ ਇਨਸਾਨ ਦੇ ਜੀਵਨ ਦੇ ਵਿੱਚ ਹੈ। ਕਿਸੇ ਨੂੰ ਚੰਗਾ ਸੁਣਨ ਦਾ, ਜਿਵੇਂ ਸਾਹਿਬ ਆਖਦੇ ਨੇ ਜਦੋਂ ਨੇਤਰਾਂ ਦੀ ਗੱਲ ਕੀਤੀ, ਇਹ ਇਨਸਾਨੀ ਨੇਤਰ ਬੇਅੰਤ ਤਰ੍ਹਾਂ ਦੇ ਦ੍ਰਿਸ਼ ਦੇਖ ਦੇਖ ਕੇ ਲੋਭਾਏਮਾਨ ਹੈ, ਉਹਦੇ ਵਿੱਚ ਗੁਲਤਾਨ ਹੈ। ਤੇ ਜਦੋਂ ਸ਼ਰਵਨਾਂ ਦੀ ਗੱਲ ਕੀਤੀ, ਮਾਲਕ ਨੇ ਕਿਹਾ ਸ਼ਰਵਨ ਸੋਏ ਸੁਨ ਨਿੰਦ ਵਿਚਾਰ। ਇਹ ਜਿਹੜੇ ਨੇ ਨਿੰਦਿਆ ਦੇ ਵਿੱਚ, ਚੁਗਲੀ ਦੇ ਵਿੱਚ ਵਿਅਸਤ ਹੋ ਕੇ ਆਪਣੇ ਆਪ ਨੂੰ ਜਿਹੜਾ ਹੈ ਇਹ ਜੋ ਮਨੁੱਖਾ ਜੀਵਨ ਮਿਲਿਆ ਇਹਨੂੰ ਵਿਅਰਥ ਹੀ ਪਏ ਬਤੀਤ ਕਰਦੇ ਨੇ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਰਸਾਂ ਦੀ ਗੱਲ ਕਰਦੇ ਨੇ ਤਾਂ ਸਾਹਿਬ ਨੇ ਕਿਹਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਮਾਂ। ਉਹਨਾਂ ਵੀ ਜ਼ਿਕਰ ਕੀਤਾ ਸੋਇਨੇ ਦਾ ਰਸ, ਸੁੰਦਰ ਸਵਾਰੀ ਦਾ ਰਸ, ਕਾਮਨ ਇਸਤਰੀ ਦਾ ਰਸ, ਬੇਅੰਤ ਰਸ ਇਨਸਾਨ ਦੇ ਜੀਵਨ ਵਿੱਚ ਲੱਗੇ ਹੋਏ ਨੇ। ਤੇ ਉੱਥੇ ਜ਼ਿਕਰ ਹੈ ਵੀ ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਵੀ ਇੰਨੇ ਰਸ ਇਨਸਾਨ ਦੇ ਜੀਵਨ ਵਿੱਚ ਨੇ ਤੇ ਇਸ ਮਨ ਦੇ ਵਿੱਚ, ਇਸ ਮਨੂਏ ਦੇ ਵਿੱਚ ਉਸ ਰੱਬੀ ਰਾਮ ਦੇ ਰਸ ਦੀ ਥਾਂ ਹੀ ਨਹੀਂ ਹੈ। ਜਿਵੇਂ ਸਾਹਿਬ ਆਖਦੇ ਨੇ ਸੱਜਣਾ, ਜੋ ਜੀ ਹੋਏ ਸੋ ਉਗਵੈ, ਜੋ ਮਨ ਕਰਕੇ ਬਿਰਤੀ ਦੇ ਵਿੱਚ ਤੇ ਮਨ ਵਿੱਚ ਹੈ ਉਹੀਓ ਬਾਹਰ ਤੈਨੂੰ ਦਿਖੇਗਾ, ਉਹੀਓ ਤੂੰ ਚਾਹੇਗਾ, ਉਸ ਚੀਜ਼ ਦੀ ਹੀ ਪ੍ਰਾਪਤੀ ਕਰਨ ਦੇ ਲਈ ਤੂੰ ਤਤਪਰ ਹੋਵੇਗਾ, ਵਿਅਸਤ ਹੋਵੇਗਾ। ਤੇ ਭਗਤ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਇਨਸਾਨ ਨੇ ਨਾ ਅਸਲ ਆਨੰਦ ਨੂੰ ਆਪਣੇ ਜੀਵਨ ਤੋਂ ਬੜਾ ਦੂਰ ਕਰ ਦਿੱਤਾ ਵਾ। ਹਰੀ ਦੇ ਰਸ ਨੂੰ ਜੀਵਨ ਵਿੱਚ ਮਾਣਿਆ ਨਹੀਂ ਹੈ, ਇਸ ਰਸ ਨੂੰ ਜੀਵਨ 'ਚ ਇਕੱਤਰ ਨਹੀਂ ਜੇ ਕੀਤਾ। ਇਸ ਕਰਕੇ ਜ਼ਿਕਰ ਵੀ ਆਉਂਦਾ ਹੈ ਸੱਜਣਾ, ਨਾਮ ਵਿਸਾਰ ਕਰਕੇ ਨਾ, ਨਾਮ ਨੂੰ ਵਿਸਾਰ ਕੇ ਜਾਂ ਸਾਹਿਬ ਆਖਦੇ ਨੇ ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਕੋ ਊਟ ਤੁਹਾਰੀ। ਜਾਂ ਗੁਰੂ ਬਚਨ ਇਹ ਕਹਿੰਦੇ ਹੈ ਜਦੋਂ ਤੱਕ ਮਨ ਕਰਕੇ ਤੂੰ ਰੱਬ ਦੀ ਯਾਦ ਨੂੰ ਭੁਲਾ ਕੇ ਤੁਰਿਆ ਫਿਰਦਾ। ਤੇ ਉੱਥੇ ਵੀ ਜ਼ਿਕਰ ਹੈ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਅਖੀਰ ਹਾਰ ਕੇ ਤੈਨੂੰ ਜਾਣਾ ਪਵੇਗਾ, ਭਾਵਾਂ ਤੇਰਾ ਦਬਦਬਾ, ਤੇਰਾ ਹੁਕਮ ਸਾਰੇ ਪਾਸੇ ਚੱਲਦਾ ਹੋਵੇ। ਤੇ ਨਾਲ ਹੀ ਹੁਣ ਇੱਥੇ ਭਗਤ ਜੀ ਜ਼ਿਕਰ ਕਰ ਰਹੇ ਨੇ ਨਾ ਵਿਚਾਰਿਓ। ਸਾਹਿਬ ਨੇ ਜ਼ਿਕਰ ਕੀਤਾ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਬੇਅੰਤ ਰਸਾਂ ਚਸਕਿਆਂ ਦੀ ਦੁਨੀਆ ਦੇ ਵਿੱਚ ਇਨਸਾਨ ਵਿਅਸਤ ਹੋ ਕੇ ਇਹਨੇ ਉਸ ਪਰਮੇਸ਼ਰ ਰਮੇ ਹੋਏ ਰਾਮ ਦੇ ਰਸ ਨੂੰ ਨਈ ਜੀਵਨ 'ਚ ਲੈ ਕੇ ਆਂਦਾ। ਬਿਰਥਾ ਜਾਏ ਅਵਿਵੇਕ ਹੈ। ਅਵਿਵੇਕ ਤੋਂ ਭਾਵ ਹੁੰਦਾ ਅਗਿਆਨਤਾ। ਜਿਵੇਂ ਵਿਵੇਕ ਦੀ ਗੱਲ ਜਦੋਂ ਭਗਤ ਜੀ ਨੇ ਮੁਬਾਰਕ ਸ਼ਬਦ ਵਿੱਚ ਕੀਤੀ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਉਹਨਾਂ ਜ਼ਿਕਰ ਕੀਤਾ ਮੱਛੀ ਹੈ ਜਿਹੜੀ, ਮ੍ਰਿਗ ਹੈ ਜਿਹੜਾ, ਹਰਨ ਜਿਹੜਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਤੇ ਜਦੋਂ ਮਨੁੱਖ ਦੀ ਗੱਲ ਕੀਤੀ ਭਗਤ ਜੀ ਨੇ ਕਿਹਾ ਇਹਨੂੰ ਇੱਕ ਨਹੀਂ ਦੋ ਨਹੀਂ, ਇਹਨੂੰ ਪੰਜੇ ਹੀ ਲੱਗੇ ਹੋਏ ਨੇ। ਕਾਮ ਦੇ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ ਇਹ ਵਿਅਸਤ ਹੈ ਤੇ ਇਹਨੂੰ ਉਸ ਰੱਬੀ ਰਾਮ ਦੇ ਰਸ ਦੇ ਬਾਰੇ ਪਤਾ ਹੀ ਨਹੀਂ ਕੁਛ ਹੈ। ਤੇ ਜਦੋਂ ਰਾਮ ਦੇ ਰਸ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ ਵੀ ਉਸ ਹਰੀ ਰਸ ਜਦੋਂ ਜੀਵਨ ਵਿੱਚ ਇਨਸਾਨ ਇਕੱਤਰ ਕਰਦਾ ਤਾਂ ਮਾਲਕ ਨੇ ਕਿਹਾ ਜਿਹ ਰਸ ਬਿਸਰ ਗਏ ਰਸ ਔਰ। ਜਦੋਂ ਰਾਮ ਦਾ ਨਾਮ ਰੂਪੀ ਰਸ ਜੀਵਨ 'ਚ ਆਇਆ ਤਾਂ ਸਾਹਿਬ ਨੇ ਜ਼ਿਕਰ ਕੀਤਾ ਸੱਜਣਾ ਇਹ ਰਸ ਆਵਾ ਉਹ ਰਸ ਜਾਵਾ, ਦੂਜੇ ਰਸ ਇਨਸਾਨ ਨੂੰ ਫਿਰ ਫਿੱਕੇ ਲੱਗਣ ਲੱਗੇ। ਭਗਤ ਜੀ ਦੇ ਜੀਵਨ ਦੇ ਵਰਤਾਏ ਹੀ ਇੱਕ ਜਿਹੜੀ ਹੈ ਦਾਸਤਾਂ ਸਾਨੂੰ ਜਿਹੜੀਆਂ ਨੇ ਗ੍ਰੰਥਾਂ ਦੇ ਵਿੱਚ ਮਿਲਦੀਆਂ। ਕੋਈ ਸਾਧੂ ਆਇਆ, ਉਹ ਇੱਕ ਪਾਰਸ ਦੇ ਕੇ ਗਿਆ ਭਗਤ ਜੀ ਨੂੰ ਕਿ ਇਸ ਪਾਰਸ ਨੂੰ ਤੁਸੀਂ ਆਪਣੇ ਕੋਲ ਰੱਖੋ, ਤੁਸੀਂ ਚਮੜੀ ਦੀ ਕਿਰਤ ਕਰਦੇ ਹੋ, ਇਸ ਪਾਰਸ ਦੇ ਨਾਲ ਤੁਸੀਂ ਬੜੇ ਅਮੀਰ ਤੇ ਧਨਾੜ ਹੋ ਜਾਵੋਗੇ। ਪਰ ਉਹ ਆਪਣੀ ਕਿਰਤ ਵਿੱਚ ਵਿਅਸਤ ਨੇ ਤੇ ਕਰਤੇ ਨੂੰ ਯਾਦ ਕਰ ਰਹੇ ਨੇ। ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਉਹਨਾਂ ਦੇ ਉੱਪਰ ਪ੍ਰਭਾਵ ਨਹੀਂ, ਰੱਬੀ ਜਨਾਂ ਤੇ ਰੱਬੀ ਭਗਤਾਂ ਤੇ ਭਾਵੇਂ ਜੋ ਮਰਜ਼ੀ ਕੋਈ ਦੇਈ ਜਾਵੇ, ਪਰ ਉਹਨਾਂ ਨੂੰ ਪ੍ਰਵਾਹ ਨਹੀਂ ਕਿਸੇ ਚੀਜ਼ ਦੀ। ਭਾਵ ਮਾਇਕ ਪਦਾਰਥ ਜਿਹੜੇ ਪਰਮਾਰਥ ਤੋਂ ਬਹੁਤ ਨੀਵੇਂ ਨੇ, ਮਾਲਕ ਨੇ ਕਿਹਾ ਉਹਨਾਂ ਦੀ ਉਹ ਪ੍ਰਵਾਹ ਨਹੀਂ ਕਰਦੇ।
ਸਮਾਂ ਬਦਲਣ ਤੇ ਸਮਾਂ ਪੈਣ ਤੇ ਜਦੋਂ ਵਾਪਸ ਆਉਂਦਾ ਭਗਤ ਜੀ ਉਸੇ ਤਰ੍ਹਾਂ ਛੰਨ ਜਿਹੜੀ ਹੈ ਉਸ ਝੁੱਗੀ ਝੋਪੜੀ ਦੇ ਵਿੱਚ ਰਹਿ ਰਹੇ ਨੇ, ਉਸ ਪਾਰਸ ਨੂੰ ਹੱਥ ਤੱਕ ਨਹੀਂ ਲਾ ਕੇ ਦੇਖਿਆ। ਕਹਿਣ ਤੋਂ ਭਾਵ ਮਾਹਿਕ ਪਦਾਰਥਾਂ ਤੋਂ ਉਪਰਾਮ ਹੋ ਕੇ ਰੱਬੀ ਇਬਾਦਤ ਦੇ ਵਿੱਚ ਭਗਤ ਜੀ ਵਿਅਸਤ ਨੇ। ਤੇ ਸਾਹਿਬ ਇੱਥੇ ਕਹਿ ਰਹੇ ਨੇ, ਐ ਮਨੁੱਖ, ਐ ਇਨਸਾਨ, ਤੂੰ ਰੱਬੀ ਰਾਮ ਦੇ ਰਸ ਨੂੰ ਪ੍ਰਾਪਤ ਨਹੀਂ ਜੇ ਕੀਤਾ, ਬਿਰਥਾ ਜਾਏ ਆ ਵਿਵੇਕੈ, ਤੇਰਾ ਜਨਮ ਐਵੇਂ ਹੀ ਅਗਿਆਨਤਾ ਦੇ ਵਿੱਚ ਵਿਅਰਥ ਜਾ ਰਿਹਾ ਵਾ, ਇਹਨੂੰ ਵਿਅਰਥ ਗਵਾ ਰਿਹਾ ਵਾ। ਜਿਵੇਂ ਸਾਹਿਬ ਆਖਦੇ ਨੇ, ਮਾਨੁਖ ਜਨਮ ਦੁਲੰਭ ਜਿਹੜਾ ਹੈ, ਸਾਹਿਬ ਨੇ ਕਿਹਾ ਗੁਰਮੁਖ ਪਾਇਆ, ਗੁਰੂ ਦੀ ਰਹਿਮਤ ਦੇ ਨਾਲ ਪ੍ਰਾਪਤੀ ਹੋਈ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਨੁੱਖਾ ਜ਼ਿੰਦਗੀ ਦੇ ਬਾਬਤ ਗੁਰੂ ਕੇ ਬਚਨ ਇਹ ਗੱਲ ਕਹਿ ਦਿੰਦੇ ਨੇ, ਜ਼ਿੰਦਗੀ ਇੱਕ ਐਸਾ ਸਫ਼ਰ ਹੈ, ਇਸ ਦੇ ਰਾਹ ਦੇ ਵਿੱਚ ਮਾਨਕ ਖਿੰਡੇ ਹੋਏ ਨੇ। ਤੇ ਜੇ ਇਨਸਾਨ ਦੇ ਜੀਵਨ 'ਚ ਗਿਆਨ ਹੈ ਤਾਂ ਉਹਨਾਂ ਮਾਨਕਾਂ ਨੂੰ, ਉਹਨਾਂ ਮੋਤੀਆਂ ਨੂੰ, ਜਵਾਹਰਤਾਂ ਨੂੰ ਇਹ ਇਕੱਤਰ ਕਰਦਾ ਵਾ। ਤੇ ਸਾਹਿਬ ਨੇ ਕਿਹਾ ਜੇ ਇਹ ਅਗਿਆਨੀ ਹੈ, ਜੇ ਇਹ ਗੁਰੂ ਦੇ ਗਿਆਨ ਤੋਂ ਹੀਣਾ ਤੇ ਅਗਿਆਨਤਾ ਦੇ ਵਿੱਚ ਜੀਵਨ ਬਸਰ ਕਰ ਰਿਹਾ, ਇਹਨੂੰ ਉਹਨਾਂ ਮਾਨਕਾਂ ਦੀ, ਰਤਨਾਂ ਦੀ, ਜਵਾਹਰਤਾਂ ਦੀ, ਸਾਹਿਬ ਨੇ ਕਿਹਾ ਇਹਨੂੰ ਉਹਨਾਂ ਦੇ ਮੁੱਲ ਦਾ ਹੀ ਨਹੀਂ ਜੇ ਪਤਾ। ਇਹ ਅਗਿਆਨਤਾ ਬਸ ਹੋ ਕੇ ਹੀ ਤੁਰਿਆ ਫਿਰਦਾ। ਜ਼ਿੰਦਗੀ ਇੱਕ ਸੋਹਣਾ ਸਫ਼ਰ ਹੈ, ਗੁਰੂ ਕੇ ਬਚਨ ਕਹਿ ਰਹੇ ਨੇ। ਇਹਦੇ ਵਿੱਚ ਮਾਨਕ, ਰਤਨ, ਜਵਾਹਰ ਨੇ, ਪਰ ਪ੍ਰਾਪਤੀ ਉਦੋਂ ਹੈ, ਸਾਹਿਬ ਨੇ ਕਿਹਾ, ਜਦੋਂ ਤੂੰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰੇਗਾ। ਜੇਕਰ ਆਉਂਦਾ ਜਪ ਬਾਣੀ ਦੇ ਵਿੱਚ ਮੱਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੁਣ ਇੱਕ ਗੁਰੂ ਦੀ ਸਿੱਖ ਤੇ ਸਿੱਖਿਆ ਤੋਂ ਇਨਸਾਨ ਵਾਂਝਾ ਹੋ ਕੇ ਆਪਣੇ ਮਨ ਪਿੱਛੇ ਲੱਗ ਕੇ ਕਰਮ ਕਰਕੇ ਬੇਅੰਤ ਦੁਨੀਆ ਦੇ ਉਹਨਾਂ ਰੁਝੇਵਿਆਂ, ਉਹਨਾਂ ਚਸਕਿਆਂ, ਉਹਨਾਂ ਰਸਾਂ ਵਿੱਚ ਪਿਆ ਹੋਇਆ, ਜਿਹੜੇ ਰਸ ਇਹਨੂੰ ਰਾਮ ਦੇ ਨਾਮ ਰੂਪੀ ਰਸ ਤੋਂ ਦੂਰ ਕਰ ਰਹੇ ਨੇ। ਤੇ ਭਗਤ ਜੀ ਕਹਿ ਰਹੇ ਨੇ, ਨਾ ਵਿਚਾਰਿਓ ਰੇ ਰਾਜਾ ਰਾਮ ਕੋ ਰਸ, ਬਿਰਥਾ ਜਾਏ ਆ ਵਿਵੇਕੈ, ਤੇਰਾ ਜਨਮ ਬਿਰਥਾ ਜਾ ਰਿਹਾ ਸਜਣਾ, ਰਾਮ ਦੇ ਰਸ ਨੂੰ ਤੂੰ ਪ੍ਰਾਪਤ ਹੀ ਨਹੀਂ ਜੇ ਕੀਤਾ। ਤੇ ਸਾਹਿਬ ਜ਼ਿਕਰ ਕਰਦੇ, ਵਿਖੇ ਬਨ ਫੀਕਾ, ਤਿਆਗਰੀ ਸਖੀ ਹੈ, ਇਹ ਫਿੱਕੇ ਰਸ ਤਿਆਗ ਦੇ, ਛੱਡ ਦੇ, ਨਾਮ ਮਹਾ ਰਸ ਪੀਓ। ਜਿਹੜਾ ਨਾਮ ਮਹਾ ਰਸ ਹੈ ਨਾ, ਇਹਨੂੰ ਆਪਣੇ ਜੀਵਨ 'ਚ ਇਕੱਤਰ ਕਰ, ਇਹਨੂੰ ਆਪਣੇ ਜੀਵਨ ਵਿੱਚ ਲੈ ਕੇ ਆ। ਨਾਮ ਮਹਾ ਰਸ ਪੀਓ। ਤੇ ਜਿਨ੍ਹਾਂ ਨੂੰ ਨਾਮ ਮਹਾਰਸ ਜਿਨ੍ਹਾਂ ਪੀਤਾ, ਉਹਨਾਂ ਦੀ ਉਦਾਹਰਨ ਦਿੰਦੇ, ਉਹਨਾਂ ਦੇ ਬਾਬਤ, ਉਹਨਾਂ ਦੀ ਵਡਿਆਈ ਦੇ ਵਿੱਚ ਗੁਰੂ ਬਚਨ ਲਿਖਦਾ ਵਾ। ਤੇ ਸਾਹਿਬ ਜ਼ਿਕਰ ਕਰਦੇ, ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਨੇ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪਰ ਨਾਮ ਰਸ ਉਹਨਾਂ ਦੇ ਜੀਵਨ 'ਚ ਆਇਆ। ਸਾਹਿਬ ਕਹਿ, ਜਿਨ੍ਹਾਂ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ, ਨਾਮ ਧਿਆਵਨ ਸਹਿਜ ਸਮਾਵਨ ਸੰਗ। ਪਰ ਮਨੁੱਖਾ ਜੀਵਨ ਤੇ ਜ਼ਿੰਦਗੀ ਦੇ ਬਾਰੇ ਭਗਤ ਜੀ ਕਹਿੰਦੇ ਹੋਏ ਇਹ ਗੱਲ ਕਹਿ ਰਹੇ ਨੇ, ਨਾ ਜਾਣਿਓ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨ ਰਸ ਵਿਸਰ ਜਾਹੀ। ਮਾਲਕ ਨੇ ਕਿਹਾ, ਜਿਸ ਰਸ ਨੂੰ ਪ੍ਰਾਪਤ ਕੀਤਿਆਂ ਦੂਜੇ ਰਸ ਫਿੱਕੇ ਲੱਗਣ ਲੱਗ ਜਾਂਦੇ ਨੇ ਨਾ, ਇਨਸਾਨ ਨੇ ਉਹ ਰਸ ਨਹੀਂ ਪ੍ਰਾਪਤ ਕੀਤਾ। ਤੇ ਜਦੋਂ ਗੱਲ ਰਸ ਦੀ ਸਾਹਿਬ ਨੇ ਕੀਤੀ, ਇਹ ਰਸ ਆਵਾ ਉਹ ਰਸ ਜਾਵਾ। ਜਾਂ ਸਾਹਿਬ ਆਖਦੇ ਨੇ, ਰਾਮ ਰੰਗ ਕਦੇ ਉੱਤਰ ਨਾ ਜਾਏ। ਇਹ ਰੰਗ ਐਸਾ ਜਿਹੜਾ ਲਾਗਤ 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 ਹੈ, ਭਉ ਭਾਗਤ 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 ਹੈ। ਨਾ ਸਾਹਿਬ ਆਖਦੇ ਨੇ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਸੱਜਣਾ, ਜੀਵਨ ਦਾਗੀ ਨਹੀਂ ਕਿੰਨਾ ਦਾ, ਜਿਨ੍ਹਾਂ ਨੇ ਨਾਮ ਰਸ ਪ੍ਰਾਪਤ ਕੀਤਾ। ਹੁਣ ਪਹਿਲੇ ਬੰਦ ਵਿੱਚ ਭਗਤ ਜੀ ਇੱਕ ਜ਼ਿਕਰ ਕੀਤਾ, ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ। ਸਾਹਿਬ ਨੇ ਕਿਹਾ, ਦੁਲੱਭ ਜਨਮ ਪੁੰਨ ਫਲ ਪਾਇਓ, ਵੱਡੇ ਪੁੰਨ ਦੇ ਕਰਮਾਂ ਨਾਲ ਵੱਡੀ ਪ੍ਰਾਪਤੀ ਹੋਈ। ਇਹ ਦੁਲੱਭ ਜਨਮ ਮਨੁੱਖਾ ਦੇ ਹੀ ਤੈਨੂੰ ਪ੍ਰਾਪਤ ਹੋਈ ਹੈ। ਦੁਲੱਭ ਜਨਮ ਪੁੰਨ ਫਲ ਪਾਇਓ, ਨਾਲ ਕਿਹਾ ਬਿਰਥਾ ਜਾਤ ਅਵਿਵੇਕੈ, ਵੱਡਿਆਂ ਭਾਗਾਂ ਦੇ ਨਾਲ ਦੁਲੱਭ ਜਨਮ ਪਾਇਆ। ਜਿਹਨੂੰ ਭਗਤ ਜੀ ਨੇ ਵੀ ਕਿਹਾ ਵੀ ਇਹ ਜਿਹੜਾ ਜਨਮ ਹੈ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਨਾ ਸਾਹਿਬ ਆਖਦੇ ਨੇ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਾਹਿਬ ਜਿੱਥੇ ਜ਼ਿਕਰ ਕਰਦੇ ਨੇ ਸਰੀਰ ਦੇ ਬਾਰੇ, ਤਨ ਦੇ ਬਾਰੇ,
ਮਾਲਕ ਨੇ ਕਿਹਾ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਨ ਖਾਨ ਆਪਣੇ ਦਾਸ ਕੀ, ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਜਿਸ ਮਨੁੱਖਾ ਜ਼ਿੰਦਗੀ ਦੇ ਬਾਬਤ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਸੱਜਣਾ 84 ਕੱਟੀ, ਉਹਦੇ ਤੋਂ ਉਪਰਾਮ ਹੋ ਕੇ ਉਹਦੀ ਰਹਿਮਤ ਨਾਲ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਸੱਜਣਾ ਉਹਦੀ ਰਜ਼ਾ ਉਹਦੇ ਭਾਣੇ ਵਿੱਚ ਤੈਨੂੰ ਤਨ ਮਿਲਿਆ, ਸੰਸਾਰ ਵਿੱਚ ਭੇਜਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਇਹ ਫਿਤਰਤ ਬੰਦੇ ਦੀ ਹੈ, ਦੁਨੀ ਚਿੱਤ ਲਾਇਆ। ਤੇ ਸਾਹਿਬ ਨੇ ਕਿਹਾ ਇਸੇ ਮਨੁੱਖ ਦੀ ਜਦੋਂ ਮਾਂ ਦੇ ਗਰਭ ਦੇ ਵਿੱਚ ਸੀ, ਇਹਦੀ ਇਹ ਅਰਦਾਸ ਸੀ, ਐ ਮੇਰੇ ਮਾਲਕ ਤੇਰੇ ਨਾਮ ਨਾਲ ਜੁੜਿਆ ਰਵਾਂਗਾ। ਪਰ ਇੱਥੇ ਭਗਤ ਜੀ ਕਹਿ ਰਹੇ ਨੇ ਦੁਰਲਭ ਜਨਮ ਪੁੰਨ ਫਲ ਪਾਇਓ, ਵੱਡੇ ਫਲ ਦੀ ਪ੍ਰਾਪਤੀ ਹੋਈ, ਇਹ ਮਨੁੱਖਾਂ ਦੇ ਹੀ ਮਿਲੀ। ਨਾਲ ਜ਼ਿਕਰ ਕੀਤਾ ਵਿਰਥਾ ਜਾਤ ਆ ਵਿਵੇਕੈ, ਇਹ ਐਵੇਂ ਹੀ ਵਿਵੇਕਤਾ ਦੇ ਵਿੱਚ ਨਹੀਂ, ਆ ਵਿਵੇਕਤਾ ਦੇ ਵਿੱਚ ਆਪਣੇ ਜਨਮ ਤੇ ਆਪਣੇ ਸਮੇਂ ਨੂੰ ਇਨਸਾਨ ਬਤੀਤ ਕਰਦਾ ਰਿਹਾ। ਬਿਰਥਾ ਜਾਤ ਵਿਵੇਕੈ ਤੋਂ ਭਾਵ ਇਹ ਕਹਿ ਲਈਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਇਨਸਾਨ ਜਿਹੜਾ ਭਗੌੜਾ, ਉਹ ਉਸ ਪਰਮੇਸ਼ਰ ਦੀ ਜ਼ਿੰਮੇਵਾਰੀ ਤੋਂ ਵੀ ਭਗੌੜਾ। ਇੱਕ ਜ਼ਿੰਮੇਵਾਰੀ ਦੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਕੇ ਬਚਨਾਂ ਵਿੱਚ ਕਰਦੇ, ਮਾਲਕ ਨੇ ਕਿਹਾ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਇਹ ਜ਼ਿੰਮੇਵਾਰੀ ਹੈ ਪਰਮੇਸ਼ਰ ਨਾਲ ਮਿਲਣ ਦੀ। ਤੇ ਉੱਥੇ ਸਾਹਿਬ ਨੇ ਕਿਹਾ ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹ ਕੰਮ ਜਿਹੜੇ ਰੱਬ ਦੀ ਯਾਦ ਤੇ ਪਰਮੇਸ਼ਰ ਨੂੰ ਭੁਲਾ ਰਹੇ ਨੇ, ਸਾਹਿਬ ਨੇ ਕਿਹਾ ਕਿਸੇ ਕੰਮ ਨਹੀਂ ਹੈ। ਇੱਕ ਜ਼ਿਕਰ ਕਰਦੇ ਫਿਰ ਮਾਲਕ ਨੇ ਕਿਹਾ ਵੀ ਹੈ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਇੱਕ ਨਾਮ ਆਪਣੇ ਜੀਵਨ 'ਚ ਲੈ ਕੇ ਆ, ਹੋਰ ਵਿਅਰਥ ਨੇ ਸਾਰੇ ਕਾਰਜ ਜਿਹੜੇ ਤੈਨੂੰ ਰੱਬ ਭੁਲਾ ਰਹੇ ਨੇ, ਜਿਹੜੇ ਤੈਨੂੰ ਪਰਮੇਸ਼ਰ ਦੀ ਯਾਦ ਤੋਂ ਸਖਣਾ ਕਰ ਰਹੇ ਨੇ, ਰਾਮ ਦੇ ਰਸ ਤੋਂ ਸਖਣਾ ਕਰ ਰਹੇ ਨੇ ਸੱਜਣਾ, ਉਹ ਕਰਮ ਵਿਅਰਥ ਨੇ। ਸਾਹਿਬ ਕਹਿ ਰਹੇ ਨੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਆ ਵਿਵੇਕੈ, ਇਹ ਵਿਅਰਥ ਜਾ ਰਿਹਾ। ਫਿਰ ਅਗਲੇਰੀ ਗੱਲ ਕੀਤੀ ਸਵਰਗ ਦੀ ਚਾਹਨਾ ਹਰ ਇਨਸਾਨ ਦੇ ਜੀਵਨ ਵਿੱਚ ਹੈ, ਤੇ ਇਨਸਾਨ ਕਹਿ ਵੀ ਦਿੰਦਾ ਵੀ ਮੈਂ ਤਾਂ ਚਾਹੁੰਦਾ ਮੈਂ ਮਰਨ ਤੋਂ ਬਾਅਦ ਸਵਰਗਾਂ 'ਚ ਜਾਵਾਂ। ਇਹ ਇਨਸਾਨ ਦੀ ਫਿਤਰਤ ਹੈ, ਇਹਦੇ ਸੁਭਾਅ ਦੇ ਵਿੱਚ ਹੈ, ਕਿਉਂਕਿ ਸਵਰਗ ਨੂੰ ਸੰਸਾਰੀਆਂ ਨੇ ਇੰਨਾ ਚੰਗਾ ਕਹਿ ਕੇ ਸੰਸਾਰ ਦੇ ਵਿੱਚ ਪ੍ਰਚਾਰਿਆ ਵੀ ਹਰ ਇਨਸਾਨ ਦੀ ਇੱਛਾ ਮੈਂ ਸਵਰਗ ਜਾਵਾਂ। ਤੇ ਜਦੋਂ ਗੁਰੂ ਕੇ ਬਚਨ ਨੇ ਸਵਰਗ ਤੇ ਨਰਕ ਦੀ ਗੱਲ ਕੀਤੀ, ਮਾਲਕ ਨੇ ਕਿਹਾ ਜਿਹੜੇ ਰੱਬ ਦੀ ਇਬਾਦਤ ਕਰਨ ਵਾਲੇ ਨੇ ਸੰਤਨ ਦੋ ਰੱਦ ਹੈ, ਇਹਨਾਂ ਦੋਨਾਂ ਨੂੰ ਰੱਦ ਕਰ ਦਿੰਦੇ ਨੇ ਵੀ ਸਾਨੂੰ ਇਹਨਾਂ ਦੋਨਾਂ ਦੀ ਹੀ ਲੋੜ ਨਹੀਂ ਆ। ਸਾਡਾ ਜਿਉਣਾ ਸਾਡਾ ਜੀਵਨ ਹੀ ਸਵਰਗ ਹੈ, ਅਸੀਂ ਜਿਉਂਦੇ ਪਏ ਹਾਂ, ਸਵਾਸ ਲੈ ਰਹੇ ਹਾਂ, ਇਹਨਾਂ ਸਵਾਸਾਂ ਦੇ ਨਾਲ ਜੇ ਸਾਡੇ ਅਮਲ ਚੰਗੇ ਨੇ ਸਾਡਾ ਸਵਰਗ, ਜੇ ਸਾਡੇ ਅਮਲ ਮਾੜੇ ਨੇ ਸਾਹਿਬ ਨੇ ਕਿਹਾ ਸੱਜਣਾ ਤੇਰਾ ਜੀਵਨ ਨਰਕ ਹੈ। ਹੁਣ ਮਨੁੱਖਾਂ ਦੇ ਹੀ ਪ੍ਰਾਪਤ ਹੋਈ, ਦੁਰਲਭ ਜਨਮ ਪੁੰਨ ਫਲ ਪਾਇਓ, ਮਾਲਕ ਨੇ ਕਿਹਾ ਪ੍ਰਾਪਤ ਹੋ ਗਈ। ਹੁਣ ਇਹਦੇ ਵਿੱਚ ਕਰਨਾ ਕੀ ਹੈ? ਦੋ ਇਹ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੂੰ ਵੀ ਕਿਸੇ ਆਖੀ ਵੀ ਕੌਣ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਸਾਹਿਬ ਨੇ ਜ਼ਿਕਰ ਕੀਤਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸਜਣਾ ਜੇ ਤੇਰੇ ਜੀਵਨ 'ਚ ਸ਼ੁਭ ਕਰਮ ਨਹੀਂ ਹੈ, ਸ਼ੁਭ ਅਮਲ ਨਹੀਂ ਹੈ, ਤਾਂ ਸਾਹਿਬ ਨੇ ਕਿਹਾ ਸਜਣਾ ਤੇਰਾ ਜਨਮ ਵਿਅਰਥ ਹੈ। ਬਾਬਾ ਫਰੀਦ ਜੀ ਇੱਕ ਜ਼ਿਕਰ ਕਰਦੇ ਹੈ, ਉਹਨਾਂ ਕਿਹਾ ਇਹ ਇਨਸਾਨ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਉਹ ਕਰਮ ਨਾ ਲਿਖ, ਉਹ ਲੇਖ ਨਾ ਲਿਖ ਜਿਹੜੇ ਤੈਨੂੰ ਸੱਜਣਾ ਉਸ ਪਰਮੇਸ਼ਰ ਦੇ ਘਰ ਤੋਂ ਬਹੁਤ ਦੂਰ ਲੈ ਜਾਣ। ਆਇਓ ਬੰਦਾ ਦੁਨੀ ਵਿੱਚ, ਸਾਹਿਬ ਨੇ ਜ਼ਿਕਰ ਕੀਤਾ ਵੱਤ ਅਸੂਨੀ ਭੰਨ। ਸਾਹਿਬ ਨੇ ਕਿਹਾ ਇਸ ਸੰਸਾਰ ਵਿੱਚ ਜੀਵਨ ਬੜਾ ਔਖਾ ਮਿਲਿਆ, ਬਹੁਤ ਔਖਾ ਇਹ ਜੀਵਨ ਮਿਲਿਆ। ਇਸ ਜਨਮ ਤੇ ਜੀਵਨ ਵਿੱਚ ਸਾਹਿਬ ਕਿਹਾ ਸ਼ੁਭ ਕਰਮ ਤੇ ਅਮਲ ਆਪਣੇ ਚੰਗੇ ਕਰ ਲੈ, ਅਮਲ ਚੰਗੇ ਕਰ ਲੈ। ਸਾਹਿਬ ਕਹਿ ਰਹੇ ਨੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਰਾਜੇਂਦਰ ਸਮਸਰ ਗ੍ਰੇ ਆਸਨ, ਬਿਨ ਹਰ ਭਗਤ ਕਹੂੰ ਕਿਹ ਲੇਖੈ। ਇੰਦਰ ਦੇ ਆਸਨ ਨੂੰ ਸਵਰਗ ਮੰਨਿਆ ਜਾਂਦਾ ਨਾ, ਤੇ ਇੰਦਰ ਦੇ ਬਾਬਤ ਗੁਰੂ ਕੇ ਬਚਨ ਕੀ ਗੱਲ ਕਹਿੰਦੇ ਆ ਜੀ? ਗੁਰੂ ਕੇ ਬਚਨ ਕਹਿੰਦੇ ਆ ਵੀ ਉਹ ਅੱਤ ਦਾ ਇਰਖਾਲੂ ਇਨਸਾਨ ਹੈ, ਤੇ ਜੇ ਕੋਈ ਭਗਤੀ ਕਰਨ ਲੱਗਦਾ ਤਾਂ ਉਹਦਾ ਜਿਹੜਾ ਤਖਤ ਹੈ ਉਹ ਡੋਲਣ ਲੱਗ ਜਾਂਦਾ। ਫਿਰ ਉਹਦੇ ਵੱਲੋਂ ਇਹ ਹੁਕਮ ਕੀਤਾ ਜਾਂਦਾ ਜਿਹੜਾ ਭਗਤੀ ਕਰਦੇ ਆ ਉਹਨੂੰ ਜਾ ਕੇ ਸੰਸਾਰੀ ਮਾਇਕ ਪਦਾਰਥਾਂ ਦਾ ਉਹਦੇ ਉੱਪਰ ਅਸਰ ਪਾ ਦਿਓ।
ਤੇ ਇੱਥੇ ਸਾਹਿਬ ਕਹਿ ਰਹੇ ਨੇ ਸੱਜਣਾ ਤੇਰਾ ਆਸਣ ਭਾਵਾਂ ਸਵਰਗ ਵਰਗਾ ਹੋਵੇ, ਮਹੱਲ ਭਾਵਾਂ ਬਹੁਤ ਵੱਡਾ ਹੋਵੇ, ਪਰ ਸੱਜਣਾ ਉਹ ਕਿਸੇ ਵੀ ਲੇਖੇ ਨਹੀਂ ਜੇ ਰੱਬ ਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਹੈ। ਸਾਹਿਬ ਜ਼ਿਕਰ ਕਰਦੇ ਹੈ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਹੀ ਜੜਾਉ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਉ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਵੱਡਾ ਮਹੱਲ ਤਿਆਰ ਕਰ ਲੈ, ਪਰ ਸੱਜਣਾ ਜੇ ਰੱਬ ਦੀ ਯਾਦ ਹਿਰਦੇ 'ਚ ਵਾ ਉਹ ਵੱਡਾ ਮਹੱਲ ਤਾਂ ਪ੍ਰਵਾਨ, ਜੇ ਨਹੀਂ ਯਾਦ ਤਾਂ ਸੱਜਣਾ ਉਹ ਵੱਡੇ ਵੱਡੇ ਮਹਿਲ ਮਾੜੀਆਂ ਤੇਰੇ ਕਿਸੇ ਅਰਥ ਨਹੀਂ ਆ। ਜਿਹੜੀ ਗੱਲ ਇੱਥੇ ਭਗਤ ਜੀ ਕਰ ਰਹੇ ਨੇ ਨਾ, ਭਗਤ ਜੀ ਨੇ ਆਖਿਆ ਵਾ ਰਾਜੇ ਇੰਦਰ ਸਮਸ਼ਰ ਗ੍ਰਹਿ ਅਨਹ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਹਰੀ ਦੀ ਭਗਤੀ ਤੋਂ ਬਗੈਰ ਕਿਸ ਲੇਖੇ ਤੇਰੇ ਇਹ ਜਿਹੜੇ ਲੱਗਣਗੇ ਮਹਿਲ ਮਾੜੀਆਂ ਸੱਜਣਾ ਕਿਸੇ ਅਰਥ ਨਹੀਂ ਆ, ਵਿਅਰਥ ਨੇ ਸਾਰੇ ਕਾਰਜ ਤੇਰੇ ਕੀਤੇ। ਜਦੋਂ ਤੱਕ ਨਾਮ ਵੀ ਹੋਣੇ ਆਦਮੀ ਧ੍ਰਿਗ ਜਨਮ ਕਰਮ ਕਰੇ, ਸਾਹਿਬ ਕਹਿੰਦੇ ਨੇ। ਸਾਹਿਬ ਇਹ ਜ਼ਿਕਰ ਕਰਦੇ ਹੈ ਨਾਮ ਗੁਰ ਮੰਤਰ ਹਿਨਸੇ ਜੋ ਪ੍ਰਾਨੀ, ਤ੍ਰਿਗੰਤ ਜਨਮ ਪ੍ਰਸ਼ਟਨਾ। ਮਾਲਕ ਨੇ ਕਿਹਾ ਗੁਰ ਮੰਤਰ ਤੋਂ ਹੀਣਾ ਵਿਅਕਤੀ ਜਿਹੜਾ ਉਹਦਾ ਜੀਵਨ ਤ੍ਰਿਗਾ ਲਾਂਤਾਂ ਭਰਿਆ ਵਾ। ਤੇ ਭਗਤ ਜੀ ਕਹਿ ਰਹੇ ਨੇ ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਇੰਦਰ ਦੇ ਤਖਤ ਵਰਗਾ ਉਹਦੇ ਸਵਰਗ ਵਰਗਾ ਤੇਰਾ ਮਹੱਲ ਹੋਵੇ। ਨਾਲ ਕਹਿ ਦਿੱਤਾ ਜੀ ਬਿਨ ਹਰ ਭਗਤ ਕਹੂੰ ਕਿਹ ਲੇਖੈ। ਹਰੀ ਦੀ ਭਗਤੀ ਤੋਂ ਬਗੈਰ ਕਿਸ ਲੇਖੇ ਹੈ ਸੱਜਣਾ, ਕੋਈ ਲੇਖੇ ਨਹੀਂ ਹੈ। ਸਾਹਿਬ ਇਹ ਵੀ ਕਹਿੰਦੇ ਆ ਲੇਖੈ ਕਤੈ ਨ ਛੁੱਟੀ ਹੈ, ਭੁੱਲ ਖਿਨ ਖਿਨ ਭੁੱਲਨ ਹਾਰ, ਬਖਸ਼ਨਹਾਰ ਬਖਸ਼ ਲੈ ਆਪਣੀ ਕਿਰਪਾ ਦਾ। ਅਗਲੇਰੇ ਪਦੇ ਵਿੱਚ ਭਗਤ ਜੀ ਫਿਰ ਜ਼ਿਕਰ ਕੀਤਾ। ਭਗਤ ਜੀ ਆਖਿਆ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ, ਇੰਦਰੀ ਸਵਲ ਨਿਵਲ ਵਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਭਗਤ ਜੀ ਨੇ ਕਿਹਾ ਵੀ ਇਹ ਇਨਸਾਨ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ, ਸਾਡਾ ਦਿਨ ਸੋਚਾਂ ਦੇ ਵਿੱਚ ਹੀ ਲੰਘੀ ਜਾ ਰਿਹਾ ਵਾ। ਤੇ ਪਹਿਲੀ ਗੱਲ ਇਹ ਕੀਤੀ ਜਾਨ ਅਜਾਨ, ਜਾਣਦਾ ਹੋਇਆ ਵੀ ਇਨਸਾਨ ਅਣਜਾਣ ਬਣ ਕੇ ਤੁਰਿਆ ਫਿਰਦਾ ਵਾ। ਜਿਵੇਂ ਭਗਤ ਪਾਵਨ ਬਾਣੀ ਵਿੱਚ ਭਗਤ ਜੀ ਨੇ ਵੀ ਕਿਹਾ ਨਾ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਦੀਪ ਹਾਥ ਦੀਪ ਕੋਈ ਪਰੈ। ਹੱਥ 'ਚ ਗਿਆਨ ਦਾ ਦੀਪਕ ਹੈ ਪਰ ਇਨਸਾਨ ਖੂਹ ਵਿੱਚ ਡਿੱਗ ਰਿਹਾ ਵਾ, ਲਾਭ ਕੀ ਹੈ? ਬੰਦੇ ਨੂੰ ਸਭ ਜਾਣਕਾਰੀ ਹੈ, ਨੌਲੇਜ ਹੈ, ਨੌਲੇਜ ਹੁੰਦਿਆਂ ਵੀ ਜੇ ਅਗਿਆਨਤਾ ਬਸ ਹੋ ਕੇ ਖੂਹ 'ਚ ਡਿੱਗੇ ਫਿਰ ਬੰਦੇ ਵਿੱਚ ਕਮੀ ਹੋ ਸਕਦੀ ਹੈ, ਗਿਆਨ ਦੀ ਕੋਈ ਕਮੀ ਨਹੀਂ ਹੋ ਸਕਦੀ। ਭਗਤ ਜੀ ਕਹਿ ਰਹੇ ਨੇ ਜਾਨ ਅਜਾਨ, ਇਹ ਜਾਣਦਾ ਹੋਇਆ ਵੀ ਅਣਜਾਣ ਬਣ ਰਿਹਾ ਵਾ। ਸੋਚ ਅਸੋਚ ਦਿਵਸ ਜਾਹੀ, ਸੋਚਦੇ ਸੋਚਦੇ ਦਾ ਦਿਨ ਬਤੀਤ ਹੋ ਰਿਹਾ ਵਾ। ਬੇਅੰਤ ਸੋਚਾਂ ਇਹ ਮਨ ਵਿੱਚ ਘੜ ਰਿਹਾ ਵਾ। ਸੋਚਣ ਦਾ ਵੀ ਇੱਕ ਚਸਕਾ, ਇੱਕ ਰਸ ਹੈ। ਜੇ ਸੋਚੀ ਜਾਈਏ ਇਹ ਵੀ ਇੱਕ ਰਸ ਹੈ, ਇੱਕ ਸਾਡਾ ਸੰਸਕਾਰ ਬਣ ਜਾਂਦਾ ਵਾ। ਸਾਡਾ ਬੋਲਣਾ ਇੱਕ ਸੰਸਕਾਰ ਹੈ, ਸਾਡਾ ਦੇਖਣਾ ਤੱਕਣਾ ਇੱਕ ਸੰਸਕਾਰ ਹੈ, ਨਿੰਦਿਆ ਵੀ ਇੱਕ ਸੰਸਕਾਰ ਹੈ। ਜੇ ਇਨਸਾਨ ਸੁਣ ਰਿਹਾ ਇਹ ਸੰਸਕਾਰ ਬਣ ਕੇ ਇਹਦੇ ਜੀਵਨ 'ਚ ਕੰਮ ਕਰਦੀ ਹੈ। ਤੇ ਮਾਲਕ ਇੱਥੇ ਕਹਿ ਰਹੇ ਨੇ ਸੋਚ ਅਸੋਚ, ਇਨਸਾਨ ਸੋਚਾਂ ਦੇ ਵਿੱਚ ਹੀ ਵਿਅਸਤ ਹੈ, ਵਿਅਰਥ ਜਿਹੜਾ ਜੀਵਨ ਲੰਘ ਰਿਹਾ ਵਾ। ਅਗਲੇਰੇ ਬਚਨ ਭਗਤ ਜੀ ਦੇ ਨੇ ਜ਼ਿਕਰ ਕੀਤਾ ਜੇਹ ਰਸ ਅਨ ਰਸ, ਇੰਦਰੀ ਸਵਲ ਨਿਵਲ ਵਿਵੇਕ ਬੁੱਧ, ਪਰਮਾਰਥ ਪਰਵੇਸ਼ ਨਾਹੀ। ਇਹਦੇ ਉੱਪਰ ਕਾਮ ਦਾ ਪ੍ਰਭਾਵ ਨਿਤ ਪੈ ਰਿਹਾ ਵਾ, ਇਹਦਾ ਤਨ ਕਮਜ਼ੋਰ ਹੋ ਰਿਹਾ ਵਾ, ਸਰੀਰ ਇਹਦਾ ਕਮਜ਼ੋਰ ਹੋ ਰਿਹਾ। ਸਾਹਿਬ ਨੇ ਕਿਹਾ ਇੰਦਰੀ ਸਵਲ ਨਿਵਲ ਵਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਭਗਤ ਜੀ ਨੇ ਕਿਹਾ ਕਾਮ ਦਾ ਇਹਦੇ ਉੱਤੇ ਅਸਰ ਜਿਹੜਾ ਵੱਧ ਰਿਹਾ ਵਾ, ਇਹਦਾ ਸਰੀਰ ਕਮਜ਼ੋਰ ਹੋ ਰਿਹਾ, ਪਰਮਾਰਥ ਪਰਵੇਸ਼ ਨਹੀਂ। ਪਰ ਪਰਮਾਰਥ ਦੇ ਭਾਵ ਜਿਨ੍ਹਾਂ ਕੰਮਾਂ ਨੇ ਇਹਨੂੰ ਸਫਲ ਕਰਵਾਉਣਾ, ਹਰੀ ਰਸ ਜਿਨ੍ਹਾਂ ਕਾਰਜਾਂ ਕਰਕੇ ਆਉਣਾ, ਪਰਮਾਰਥ ਪਰਵੇਸ਼ ਨਹੀਂ, ਉਹ ਕੰਮ ਹੀ ਨਹੀਂ ਜੀ ਹਜੇ ਕਰਨ ਲੱਗਿਆ।
ਉਹਨਾਂ ਕੰਮਾਂ 'ਚ ਪਿਆ ਹੀ ਨਹੀਂ ਜਿਨ੍ਹਾਂ ਕੰਮਾਂ ਨੇ ਇਹਨੂੰ ਸਫਲ ਤੇ ਪੱਤ ਪਾਏ ਦਰਬਾਰ ਆਏ ਸਫਲ ਸੇ ਦੇ ਹਾਮੀ। ਇਹਦੇ ਮਨ ਤੋਂ ਜਿਹਨੇ ਭਰਾਉਣੀ ਭਾਵ ਸ਼ੁਭ ਕਰਮ ਸ਼ੁਭ ਅਮਲ ਇਹਦੇ ਜੀਵਨ ਦਾ ਹਜੇ ਤੱਕ ਹਿੱਸਾ ਨਹੀਂ ਜੇ ਬਣੇ। ਬਚਪਨ ਆਇਆ ਜਵਾਨੀ ਬਤੀਤ ਹੋ ਗਈ, ਬੁਢੇਪਾ ਆਇਆ ਪਰ ਇੰਦਰੀ ਕਾਬਲ ਥਾਕਾ। ਸਾਹਿਬ ਇਹ ਵੀ ਕਹਿ ਦਿੰਦੇ ਨੇ ਨੱਕ ਅੱਖ ਕੰਨ ਸਭ ਕੁਝ ਥੱਕ ਗਏ। ਤੇ ਭਗਤ ਭੀਖਰ ਜੀ ਇੱਕ ਜ਼ਿਕਰ ਕਰਦੇ ਹੈ ਨਾ ਨੈਨੋ ਨੀਰ ਵਖੈ ਤਨਖੀਨਾ ਭਏ ਕੇਸ ਦੁੱਧ ਬਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ। ਉਹਨਾਂ ਜ਼ਿਕਰ ਕੀਤਾ ਅਬ ਜਿਹੜਾ ਹੁਣ ਸਮਾਂ ਚੱਲ ਰਿਹਾ ਸੱਜਣਾ ਤੇਰਾ, ਇਹ ਸਮਾਂ ਬੜਾ ਭਿਆਨਕ ਹੈ ਤੇਰੇ ਜੀਵਨ ਦੇ ਵਿੱਚ। ਤੇ ਅਬ ਕਿਆ ਕਰੇ ਪ੍ਰਾਨੀ, ਫਿਰ ਕੀ ਕਰੇਗਾ ਜਦੋਂ ਐਸੀ ਅਵਸਥਾ ਦਾ ਮਾਲਕ ਹੋ ਗਿਆ। ਪਰ ਇੱਥੇ ਇਹ ਗੱਲ ਭਗਤ ਜੀ ਨੇ ਕਹਿ ਦਿੱਤੀ ਇੰਦਰੀ ਕਾਬਲ ਥਾਕਾ ਵੀ ਹੈ ਔਰ ਇਹ ਇਨਸਾਨ ਦੀ ਫਿਤਰਤ ਐਸੀ ਕਾਮ ਦਾ ਇਹਦੇ ਤੇ ਅਸਰ ਵੱਧ ਰਿਹਾ ਵਾ, ਸਰੀਰ ਕਮਜ਼ੋਰ ਹੋ ਰਿਹਾ ਪਰ ਪਰਮਾਰਥ ਵਾਲੇ ਕੰਮਾਂ ਤੇ ਇਹ ਇਨਸਾਨ ਹਜੇ ਵੀ ਨਹੀਂ ਲੱਗਿਆ। ਅਖੀਰ ਵਿੱਚ ਭਗਤ ਜੀ ਨੇ ਫਿਰ ਜ਼ਿਕਰ ਕੀਤਾ ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ। ਮਾਇਕ ਪਦਾਰਥਾਂ ਦਾ ਇਹਦੇ ਉੱਤੇ ਪ੍ਰਭਾਵ ਪੈ ਰਿਹਾ, ਇਹਨੂੰ ਪਤਾ ਨਹੀਂ ਜੇ ਲੱਗ ਰਿਹਾ। ਇਹ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ, ਇਹਨੂੰ ਇਹ ਵੀ ਨਹੀਂ ਜੇ ਪਤਾ ਲੱਗਦਾ। ਕਹੀਅਤ ਆਨ ਅਚਰੀਅਤ ਅਨ ਕਛ, ਸਾਹਿਬ ਕਹਿ ਰਹੇ ਨੇ ਕਹੀਅਤ ਆਨ ਅਚਰੀਅਤ ਅਨ ਕਛ, ਕਹਿੰਦਾ ਕੁਝ ਹੋਰ ਹੈ ਆਚਰਨ ਕੁਝ ਹੋਰ ਹੈ। ਸਮਝ ਨਾ ਪਰੈ ਅਪਰ ਮਾਇਆ, ਇਹਨੂੰ ਜਿਹੜੇ ਮਾਇਕ ਪਦਾਰਥਾਂ ਦਾ ਪ੍ਰਭਾਵ ਇਹਦੇ ਤੇ ਪੈ ਰਿਹਾ ਇਹਨੂੰ ਉਹਦਾ ਪਤਾ ਹੀ ਨਹੀਂ ਲੱਗ ਰਿਹਾ, ਇਹਨੂੰ ਨਹੀਂ ਪਤਾ ਲੱਗ ਰਿਹਾ। ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ। ਅਖੀਰ ਭਗਤ ਜੀ ਨੇ ਕਹਿ ਦਿੱਤਾ ਇਹ ਮੇਰਾ ਜੀਵਨ ਹੈ, ਮੇਰੇ ਉੱਪਰ ਇਹ ਪਰਮੇਸ਼ਰ ਜੀ ਕ੍ਰੋਧ ਨਾ ਕਰੋ। ਮੇਰੇ ਤੋਂ ਜੋ ਭੁੱਲ ਹੋਈ ਹੈ ਹੁਣ ਮੇਰੀ ਮੱਤ ਮੰਨ ਗਈ ਹੈ, ਮੈਂ ਇਹ ਵਿਅਰਥ ਦੇ ਕਾਰਜਾਂ ਵਿੱਚ ਲੱਗਿਆ ਰਿਹਾ, ਹੁਣ ਮੇਰੀ ਮੱਤ ਸੁਚੇਤ ਹੋ ਕੇ ਧਰਮੀ ਤੇ ਚੰਗੇ ਸ਼ੁਭ ਅਮਲ ਕਰਨ ਲੱਗੀ ਹੈ। ਮੇਰੇ ਤੇ ਤੁਸੀਂ ਦਇਆ ਕਰਕੇ ਇਹ ਸ਼ੁਭ ਅਮਲ ਤੁਸੀਂ ਆਪ ਹੀ ਕਰਵਾ ਲਓ। ਅਖੀਰ ਵਿੱਚ ਭਗਤ ਜੀ ਇਹ ਅਰਦਾਸ ਕਰਦੇ ਨੇ ਕਿ ਇਹ ਮੇਰੇ ਮਾਲਕ ਸ਼ੁਭ ਕਰਮ ਸ਼ੁਭ ਅਮਲ ਮੈਂ ਜੀਵਨ ਵਿੱਚ ਕਰਾਂ, ਇਹ ਸ਼ੁਭ ਅਮਲ ਹੀ ਮੈਨੂੰ ਤੇਰੇ ਦਰ ਤੇ ਕਬੂਲ ਕਰਵਾ ਸਕਦੇ ਆ। ਸੋ ਭਗਤ ਜੀ ਇਸ ਮੁਬਾਰਕ ਸ਼ਬਦ ਦੇ ਵਿੱਚ ਜ਼ਿਕਰ ਕਰ ਰਹੇ ਨੇ ਵੀ ਸੱਜਣਾ ਬੇਅੰਤ ਦੁਨੀਆ ਦੇ ਰਸ ਚਸਕੇ ਇਹ ਤੇਰੇ ਪਰਮਾਰਥ ਵਾਲੇ ਜੀਵਨ ਨੂੰ ਬੜਾ ਜਿਹੜਾ ਹੈ ਖਤਮ ਕਰ ਰਹੇ ਨੇ, ਪਰਮਾਰਥ ਵਾਲੇ ਕੰਮਾਂ ਤੇ ਤੈਨੂੰ ਲੱਗਣ ਨਹੀਂ ਦੇ ਰਹੇ। ਇਹਨਾਂ ਦਾ ਪ੍ਰਭਾਵ ਛੱਡ ਕੇ ਆਪਣੇ ਜੀਵਨ 'ਚੋਂ ਤਿਆਗ ਕੇ ਪਰਮਾਰਥ ਵਾਲੇ ਕਰਮ ਤੇ ਸ਼ੁਭ ਕਰਮਾਂ ਨੂੰ ਜੀਵਨ 'ਚ ਲੈ ਕੇ ਆ। ਮਨੁੱਖਾ ਜ਼ਿੰਦਗੀ ਇਹ ਸਫ਼ਰ ਬੜਾ ਸੁਹਾਵਣਾ, ਹੀਰੇ ਮੋਤੀ ਇਹਦੇ ਵਿੱਚ ਖਿੜੇ ਪਏ ਨੇ ਸੱਜਣਾ, ਉਹਨਾਂ ਨੂੰ ਚੁੱਗ ਕੇ ਆਪਣੇ ਜੀਵਨ 'ਚ ਇਕੱਤਰ ਕਰ, ਤਾਈਓ ਤੇਰਾ ਜੀਵਨ ਸੁਖੀ ਸੁਖੇਲਾ ਆਨੰਦਮਈ ਹੋ ਸਕਦਾ। ਤੇਰੇ ਲੋਕ ਸੁਖੀਏ ਪਰ ਲੋਕ ਸੁਖੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋ ਸਕਦੇ ਆ। ਸੋ ਭਗਤ ਜੀ ਇਹਨਾਂ ਰੱਬੀ ਬਚਨਾਂ ਦੇ ਵਿੱਚ ਸਾਡੇ ਸਮਕਸ਼ ਇਹ ਵਿਚਾਰ ਰੱਖ ਰਹੇ ਨੇ ਕਿ ਸੱਜਣਾ ਰਾਮ ਰਸ ਪੀਆਰੇ, ਇਹ ਰਸ ਜਿਹੜੇ ਨੇ ਇਹਨਾਂ ਰਸਾਂ ਨੂੰ ਜੇ ਖਤਮ ਕਰਨਾ ਚਾਹੁੰਦਾ ਵਾਂ ਉਹਦੇ ਲਈ ਸੱਜਣਾ ਤੈਨੂੰ ਰਾਮ ਰਸ ਜਾਂ ਸਾਹਿਬ ਆਖਦੇ ਨੇ ਵੀਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾ ਰਸ ਪੀਓ। ਨਾਮ ਮਹਾਰਸ ਹੈ, ਜਿਨ੍ਹਾਂ ਇਹਨੂੰ ਪੀ ਲਿਆ ਸਾਹਿਬ ਨੇ ਕਿਹਾ ਦੂਜੇ ਦੁਨੀਆ ਦੇ ਚਸਕੇ ਫਿੱਕੇ ਲੱਗਣ ਲੱਗ ਜਾਂਦੇ ਨੇ। ਜੇ ਇਹ ਰਸਨਾ ਰੱਬੀ ਗੁਣਾਂ ਨੂੰ ਗਾਉਣ ਵਾਲੀ ਬਣ ਗਈ ਫਿਰ ਸਾਹਿਬ ਕਹਿੰਦੇ ਆ ਸਜਣਾ ਜ਼ਿੰਦਗੀ 'ਚ ਸ਼ਾਂਤੀ, ਜੀਵਨ 'ਚ ਸਹਿਜ, ਜੀਵਨ 'ਚ ਸੱਤ, ਜੀਵਨ 'ਚ ਸੰਤੋਖ ਆਵੇਗਾ। ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਸਾਰੇ ਦੁੱਖਾਂ ਦਾ ਨਾਸ਼ ਉਦੋਂ ਹੋਵੇਗਾ ਜਦੋਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰੱਬੀ ਗੁਣਾਂ ਨੂੰ ਰਸਨਾ ਤੋਂ ਗਾਏਗਾ ਤੇ ਸਜਣਾ ਤੇਰਾ ਜੀਵਨ ਸਫਲ, ਤੇਰਾ ਹਰ ਕਰਮ ਸਫਲ, ਤੇਰਾ ਹਰ ਸਵਾਸ ਸਫਲ,
ਜਿੱਦਣ ਰੱਬੀ ਇਬਾਦਤ ਨਾਲ ਜੁੜ ਗਿਆ, ਗੁਰੂ ਅੱਗੇ ਅਰਦਾਸ ਨੇਮ ਨਾਲ ਕਰੀਏ ਕਿ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਹੈ ਮੇਰੇ ਮਾਲਕ ਬੰਦਗੀ ਇਬਾਦਤ ਦੀ ਦਾਤ ਝੋਲੀ ਵਿੱਚ ਪਾ ਦਿਓ, ਤਾਈਓ ਜੀਵਨ ਸੁਖੀ ਸੁਹੇਲਾ ਆਨੰਦਮਈ ਹੋ ਸਕਦਾ। ਸਾਡੇ ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਦੇ ਆ। ਗੁਰੂ ਕਿਰਪਾ ਕਰੀ। ਰੱਬੀ ਵਚਨ ਵਿਚਾਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ, ਅਖੀਰ ਬਖਸ਼ੋ ਅਸੀਸ, ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।